ਹੈਲੋ एवरीवन ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਾਈਟਿੰਗ ਟਾਸਕ 1 ਦੇ ਬਾਰੇ ਚ ਗੱਲ ਕਰਾਂਗੇ ਜਿਹੜਾ ਹੈਗਾ ਨੈਚੁਰਲ ਪ੍ਰੋਸੈਸ। ਅਕਸਰ ਬੱਚਿਆਂ ਨੂੰ ਬਹੁਤ ਸਾਰੀ ਡਿਫਿਕਲਟੀਜ਼ ਆਉਂਦੀਆਂ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਕਿਵੇਂ ਡਿਸਕ੍ਰਾਈਬ ਕਰੀਏ। ਜੇ ਉਹ ਡਿਸਕ੍ਰਾਈਬ ਕਰ ਵੀ ਲੈਂਦੇ ਤਾਂ ਉਹਨਾਂ ਦੇ ਬੈਂਡ ਸਕੋਰਸ ਨਹੀਂ ਆਉਂਦੇ। ਜ਼ਿਆਦਾਤਰ ਐਗਜ਼ਾਮ ਦੇ ਵਿੱਚ 6 ਬੈਂਡ ਸਕੋਰ ਰਹਿ ਜਾਂਦੇ ਆ 5.5 ਔਰ ਰੇਅਰ ਹੈ ਕਿ 6.5 ਹੁੰਦੇ ਸਪੈਸ਼ਲੀ ਨੈਚੁਰਲ ਪ੍ਰੋਸੈਸ ਦੇ ਵਿੱਚ। ਸੋ ਕਿਹੜੀਆਂ ਐਸੀਆਂ ਮਿਸਟੇਕਸ ਹੈਗੀਆਂ ਜਾਂ ਕਿਹੜੀ ਐਸੀ ਲੈਂਗੁਏਜ ਹੈਗੀ ਹੈ ਜਿਹਨੂੰ ਯੂਜ਼ ਕਰਕੇ ਅਤੇ ਮਿਸਟੇਕਸ ਨੂੰ ਰਿਮੂਵ ਕਰਕੇ ਆਪਾਂ ਚੰਗੇ ਬੈਂਡ ਸਕੋਰ ਨੈਚੁਰਲ ਪ੍ਰੋਸੈਸ ਦੇ ਵਿੱਚ ਲੈ ਸਕਦੇ ਹਾਂ। ਸੋ ਇਹ ਜਿਹੜਾ ਨੈਚੁਰਲ ਪ੍ਰੋਸੈਸ ਮੈਂ ਬੜੇ ਹੀ ਈਜ਼ੀ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ। ਈਜ਼ੀ ਇਹਦੇ ਨੋਟਸ ਬਣਾਏ ਆ। ਸੋ ਤੁਸੀਂ ਵੀ ਆਪਦੀ ਨੋਟਬੁੱਕ ਦੇ ਵਿੱਚ ਇਹਦੇ ਲਾਈਨ ਟੂ ਲਾਈਨ ਨੋਟਸ ਬਣਾਉਣੇ ਆ ਤਾਂ ਕਿ ਇਨ ਫਿਊਚਰ ਤੁਹਾਨੂੰ ਇਹ ਫੋਰਗਟ ਨਾ ਹੋਵੇ ਅਤੇ ਤੁਸੀਂ ਅੱਛੀ ਤਰ੍ਹਾਂ ਨਾਲ ਇਸ ਨੂੰ ਹੈਂਡਲ ਕਰ ਸਕੋ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਨੋਟ ਹੈਗਾ, ਇਹਨੂੰ ਨੋਟ ਕਰਨਾ ਹੈ। ਇਨ ਦ ਮੈਨਮੇਡ ਪ੍ਰੋਸੈਸ ਯੂ ਕੈਨ ਟਾਕ ਅਬਾਊਟ ਦ ਬਿਗਨਿੰਗ ਐਂਡ ਦ ਐਂਡ ਕਿ ਜਿਹੜਾ ਮੈਨਮੇਡ ਪ੍ਰੋਸੈਸ ਹੁੰਦਾ ਇਹਦੇ ਵਿੱਚ ਤੁਸੀਂ ਸਟਾਰਟਿੰਗ ਦੀ ਗੱਲ ਕਰੋਗੇ ਅਤੇ ਜਾਂ ਐਂਡ ਦੀ ਗੱਲ ਕਰਦੇ ਆ ਜਿਵੇਂ ਕਿ ਫਸਟ ਸਟੈਪ ਸੈਕਿੰਡ ਸਟੈਪ ਰਾਈਟ। ਹਾਊਐਵਰ ਇਫ ਯੂ ਆਰ ਡਿਸਕ੍ਰਾਈਬਿੰਗ ਅ ਨੈਚੁਰਲ ਪ੍ਰੋਸੈਸ ਕਿ ਜੇ ਤੁਸੀਂ ਇੱਕ ਨੈਚੁਰਲ ਪ੍ਰੋਸੈਸ ਨੂੰ ਡਿਸਕ੍ਰਾਈਬ ਕਰ ਰਹੇ ਹੋ ਯੂ ਵਿਲ ਨਾਟ ਯੂਜ਼ ਫਸਟ ਸੈਕਿੰਡ ਸਟੈਪ ਐਂਡ ਸੋ ਔਨ। ਤਾਂ ਤੁਸੀਂ ਕੀ ਨਹੀਂ ਯੂਜ਼ ਕਰਨਾ, ਫਸਟ ਸਟੈਪ ਸੈਕਿੰਡ ਸਟੈਪ ਯੂਜ਼ ਨਹੀਂ ਕਰਨਾ। ਇਹ ਤਾਂ ਆਪਾਂ ਨੂੰ ਕਾਮਨ ਸੈਂਸ ਦੀ ਗੱਲ ਹੈ ਕਿ ਮੈਨਮੇਡ ਪ੍ਰੋਸੈਸ 'ਚ 1 2 3 ਸਟੈਪਸ ਹੁੰਦੇ ਆ ਬਟ ਨੈਚੁਰਲ ਪ੍ਰੋਸੈਸ ਦੇ ਵਿੱਚ ਸਟੈਪਸ ਨਹੀਂ ਹੁੰਦੇ। ਇਟਸ ਨੈਚੁਰਲ ਰਾਈਟ। ਸੋ ਪਹਿਲੀ ਚੀਜ਼ ਆਪਾਂ ਇਹੀ ਨੋਟ ਕਰਨੀ ਹੈ। ਇਹ ਇੱਕ ਛੋਟੀਆਂ ਸਿਲੀ ਮਿਸਟੇਕਸ ਹੈਗੀਆਂ ਜਿਹੜਾ ਬੱਚਿਆਂ ਨੂੰ ਲੱਗਦਾ ਕਿ ਅਸੀਂ ਮੈਨਮੇਡ ਦੇ ਵਿੱਚ ਲਿਖ ਰਹੇ ਹਾਂ ਤਾਂ ਅਸੀਂ ਨੈਚੁਰਲ ਦੇ ਵਿੱਚ ਵੀ ਇਹੀ ਲਿਖਾਂਗੇ ਜਿਹਦੇ ਨਾਲ ਕੀ ਹੈ ਐਗਜ਼ਾਮੀਨਰ ਨੂੰ ਤਾਂ ਸਭ ਪਤਾ ਹੈ, ਸਟੂਡੈਂਟਸ ਨੂੰ ਇਹ ਚੀਜ਼ ਨਹੀਂ ਪਤਾ। ਤਾਂ ਐਗਜ਼ਾਮੀਨਰ ਇਸ ਚੀਜ਼ ਨੂੰ ਨੈਗੇਟਿਵ ਦੇ ਵਿੱਚ ਲੈ ਕੇ ਅਤੇ ਤੁਹਾਡੇ ਬੈਂਡ ਸਕੋਰ ਨੂੰ ਰਿਡਿਊਸ ਕਰ ਦਿੰਦੇ ਆ। ਨੈਕਸਟ ਦੇਖੋ ਯੂ ਸ਼ੁੱਡ ਫਿਗਰ ਆਊਟ ਵਿਚ ਪਲੇਸ ਟੂ ਸਟਾਰਟ। ਸੋ ਜੇ ਆਪਾਂ ਫਸਟ ਸੈਕਿੰਡ ਥਰਡ ਪਲੇਸ ਨਹੀਂ ਲਿਖਣਾ ਤਾਂ ਫਿਰ ਆਪਾਂ ਇਹਨੂੰ ਕਿਵੇਂ ਲਿਖਣਾ। ਤਾਂ ਇਸ ਲਈ ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਯੂ ਸ਼ੁੱਡ ਫਿਗਰ ਆਊਟ, ਯੂ ਸ਼ੁੱਡ ਡਿਸਕ੍ਰਾਈਬ। ਫਿਗਰ ਆਊਟ ਵੀ ਇੱਕ ਅੱਛੀ ਵੋਕੈਬ ਹੈ, ਤੁਸੀਂ ਰਾਈਟਿੰਗ ਟਾਸਕ 2 ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ, ਸਪੀਕਿੰਗ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਕਿ ਯੂ ਸ਼ੁੱਡ ਫਿਗਰ ਆਊਟ ਵਿਚ ਪਲੇਸ ਟੂ ਸਟਾਰਟ ਕਿ ਕਿਸ ਪਲੇਸ ਤੋਂ ਸਟਾਰਟ ਕਰਨਾ ਇਹਨੂੰ ਤੁਸੀਂ ਫਿਗਰ ਆਊਟ ਕਰ ਸਕਦੇ ਹੋ। ਨੈਚੁਰਲ ਪ੍ਰੋਸੈਸ ਯੂਜ਼ੁਅਲੀ ਯੂਜ਼ਸ ਐਕਟਿਵ ਵੋਇਸ ਕਿ ਨੈਚੁਰਲ ਪ੍ਰੋਸੈਸ ਦੇ ਵਿੱਚ ਅਕਸਰ ਕੀ ਕੀਤਾ ਜਾਂਦਾ ਹੈ, ਐਕਟਿਵ ਵੋਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਐਂਡ ਮੈਨਮੇਡ ਇਜ਼ ਰਿਟਨ ਇਨ ਪੈਸਿਵ ਵੋਇਸ ਅਤੇ ਜਿਹੜੀ ਮੈਨਮੇਡ ਹੁੰਦੀ ਹੈ ਉਹ ਪੈਸਿਵ ਵੋਇਸ ਦੇ ਵਿੱਚ ਲਿਖੀ ਜਾਂਦੀ ਹੈ। ਹੁਣ ਦੇਖੋ ਤੁਹਾਨੂੰ ਬਹੁਤ ਜ਼ਿਆਦਾ ਲੰਮੀ ਚੌੜੀ ਲਾਈਕ ਐਕਟਿਵ ਪੈਸਿਵ ਨੂੰ ਸਿੱਖਣ ਦੀ ਜ਼ਰੂਰਤ ਨਹੀਂ ਹੈਗੀ। ਮੇਨਲੀ 2 ਸਟਰਕਚਰਸ ਆ ਜਿਹਨਾਂ ਨੂੰ ਤੁਸੀਂ ਫੋਲੋ ਕਰਨਾ ਦੈਨ ਤੁਹਾਡਾ ਜਿਹੜਾ ਪ੍ਰੋਸੈਸ ਆ ਉਹ ਕਲੀਅਰ ਹੋ ਜਾਣਾ। ਐਗਜ਼ਾਮਪਲ ਦੇ ਤੌਰ 'ਤੇ ਦੇਖੋ ਨੈਚੁਰਲ ਪ੍ਰੋਸੈਸ ਦਾ ਜੇ ਐਗਜ਼ਾਮਪਲ ਲਈਏ ਐਕਟਿਵ ਵੋਇਸ ਦੇ ਵਿੱਚ ਦਾ ਫਰੋਗ ਲੇਜ਼ ਐਗਸ ਕਿ ਫਰੋਗ ਜਿਹੜੇ ਆ ਉਹ ਐਗਸ ਲੇ ਕਰਦੇ ਆ ਲਾਈਕ ਫਰੋਗਸ ਐਗ ਦਿੰਦੇ ਆ। ਸੋ ਇਸ ਦੀ ਜੇ ਮੇਨ ਸਟਰਕਚਰ ਦੇਖੀਏ ਸਬਜੈਕਟ ਪਲਸ ਵਰਬ ਫੋਰਮ ਫਸਟ ਪਲਸ SAES ਪਲਸ ਆਬਜੈਕਟ ਰਾਈਟ। ਇਹ ਮੇਨ ਇਹਦੀ ਸਟਰਕਚਰ ਹੋ ਗਈ ਆ। ਸੋ ਤੁਸੀਂ ਇਹਨੂੰ ਕੀ ਕਰਨਾ, ਜੋ ਵੀ ਫਸਟ ਸਬਜੈਕਟ ਹੋਊਗਾ ਉਸ ਦੇ ਨਾਲ ਜੋ ਵੀ ਵਰਬ ਆਉਣੀ ਆ ਉਹਦੇ ਨਾਲ SC ਜਾਂ ES ਤੁਸੀਂ ਅਕੋਰਡਿੰਗ ਟੂ ਨੌਲੇਜ ਤੁਸੀਂ ਲਾ ਦੇਣੀ ਆ। ਸੋ ਇਹ ਕੀ ਹੈ, ਸਿੰਪਲ ਇੱਕ ਨੈਚੁਰਲ ਪ੍ਰੋਸੈਸ ਲਿਖਿਆ ਜਾਊਗਾ। ਬ੍ਰਿਕਸ ਹੁਣ ਐਗਜ਼ਾਮਪਲ ਹੈ ਮੈਨਮੇਡ ਦਾ ਕਿ ਮੈਨਮੇਡ ਜਿਹੜੀ ਉਹ ਪੈਸਿਵ ਦੇ ਵਿੱਚ ਕਿਵੇਂ ਲਿਖੀ ਜਾਂਦੀ ਹੈ। ਬ੍ਰਿਕਸ ਆਰ ਹੀਟਡ, ਬ੍ਰਿਕਸ ਨੂੰ ਹੀਟ ਕੀਤਾ ਜਾਂਦਾ ਹੈ ਐਂਡ ਦੈਨ ਕੂਲਡ ਅਤੇ ਫਿਰ ਉਸ ਨੂੰ ਕੂਲ ਕੀਤਾ ਜਾਂਦਾ ਹੈ ਰਾਈਟ। ਸੋ ਇਹਦੇ ਵਿੱਚ ਦੇਖੋ ਇਹ ਸਟਰਕਚਰ ਕੀ ਬਣ ਗਈ ਆ, ਆਬਜੈਕਟ ਪਲਸ ਇਜ਼ ਆਰ ਪਲਸ ਵਰਬ ਥਰਡ ਫਾਰਮ ਪਲਸ ਆਬਜੈਕਟ। ਸੋ ਬ੍ਰਿਕਸ ਆਰ ਹੀਟਡ ਐਂਡ ਦੈਨ ਕੂਲਡ। ਸੋ ਇਹ ਦੋਨਾਂ ਵਿੱਚ ਇੱਕ ਫਰਕ ਆ। ਜਦੋਂ ਤੁਸੀਂ ਨੈਚੁਰਲ ਲਿਖਣੀ ਹੈ ਤਾਂ ਤੁਸੀਂ ਉੱਪਰ ਵਾਲਾ ਐਗਜ਼ਾਮਪਲ ਜੋ ਹੈ ਐਕਟਿਵ ਵੋਇਸ ਦਾ ਉਹਦੇ ਵਿੱਚ ਲਿਖਣੀ ਆ ਅਤੇ ਜਦੋਂ ਮੈਨਮੇਡ ਤੁਸੀਂ ਯੂਜ਼ ਕਰ ਰਹੇ ਹੋ ਤਾਂ ਤੁਸੀਂ ਪੈਸਿਵ ਦੇ ਵਿੱਚ ਲਿਖਣੀ ਆ। ਇਹ ਹੈਗਾ ਫਸਟ ਥਿੰਗ ਜਿਹੜੀ ਅਕਸਰ ਸਟੂਡੈਂਟ ਮਿਸਟੇਕ ਕਰਦੇ ਆ। ਸੈਕਿੰਡ ਵਨ ਹੈ ਵਾਈ ਨਾਟ ਪੈਸਿਵ ਇਨ ਨੈਚੁਰਲ ਪ੍ਰੋਸੈਸ ਕਿ ਨੈਚੁਰਲ ਪ੍ਰੋਸੈਸ ਦੇ ਵਿੱਚ ਪੈਸਿਵ ਕਿਉਂ ਨਹੀਂ ਯੂਜ਼ ਕੀਤਾ ਜਾਂਦਾ। ਹੁਣ ਦੇਖੋ ਆਪਾਂ ਸਟੂਡੈਂਟਸ ਆ, ਵੀ ਆਰ ਅਵੇਅਰ ਦੈਨ ਵੀ ਕੈਨ ਆਸਕ ਕੁਐਸਚਨ ਵਾਈ ਟੂ ਦ ਟੀਚਰ ਨੂੰ ਆਪਾਂ ਪੁੱਛ ਸਕਦੇ ਹਾਂ ਵਾਈ। ਸੋ ਉਸ ਵਾਈ ਦਾ ਆਨਸਰ ਇਹ ਆ ਦੈਟ ਇਜ਼ ਬਿਕੋਜ਼ ਪੀਪਲ ਆਰ ਨਾਟ ਯੂਜ਼ੁਅਲੀ ਇਨਵੋਲਵਡ ਇਨ ਨੈਚੁਰਲ ਪ੍ਰੋਸੈਸ ਕਿ ਜਿਹੜੇ ਲੋਕੀ ਹੁੰਦੇ ਆ ਉਹ ਯੂਜ਼ੁਅਲੀ ਨੈਚੁਰਲ ਪ੍ਰੋਸੈਸ ਦੇ ਵਿੱਚ ਤਾਂ ਇਨਵੋਲਵ ਹੁੰਦੇ ਹੀ ਨਹੀਂ ਗੇ। ਸੋ ਐਕਸ਼ਨਸ ਆਰ ਨਾਟ ਬੀਇੰਗ ਡਨ ਬਾਏ ਸਮਬਡੀ ਅਤੇ ਜਿਹੜੇ ਐਕਸ਼ਨਸ ਹੈ ਉਹ ਕਿਸੇ ਦੇ ਦੁਆਰਾ ਨਹੀਂ ਕੀਤੇ ਜਾਂਦੇ। ਜਿਵੇਂ ਮੈਂ ਇੱਥੇ ਐਗਜ਼ਾਮਪਲ ਦੇਵਾਂ ਤਾਂ ਜਿਵੇਂ ਆਪਾਂ ਬ੍ਰਿਕਸ ਦੀ ਮੈਨਮੇਡ ਪ੍ਰੋਸੈਸ ਲੈਣੇ ਕਿ ਬ੍ਰਿਕਸ ਕਿਵੇਂ ਬਣਦੀਆਂ। ਸੋ ਉਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਬ੍ਰਿਕਸ ਜਿਹੜੀ ਆ ਉਹ ਲਾਈਕ ਕਲੇ ਨੂੰ ਡਿਗ ਕੀਤਾ ਜਾਂਦਾ ਹੈ ਠੀਕ ਹੈ, ਦੈਨ ਉਸ ਤੋਂ ਬਾਅਦ ਉਹਨੂੰ ਟਰਾਂਸਫਰ ਕੀਤਾ ਜਾਂਦਾ ਹੈ, ਫਿਰ ਉਸਨੂੰ ਫੈਕਟਰੀ ਦੇ ਵਿੱਚ ਲਿਜਾਇਆ ਜਾਂਦਾ ਜਿੱਥੇ ਉਹਨੂੰ ਮੈਲਟ ਕੀਤਾ ਜਾਂਦਾ ਹੈ। ਤਾਂ ਇਹਦੇ ਵਿੱਚ ਕੀ ਹੈ, ਕਿਸੇ ਦੇ ਦੁਆਰਾ ਇਹ ਟਾਸਕ ਹੋ ਰਿਹਾ, ਮੈਨ ਫੋਰਸ ਦੁਆਰਾ ਇਹ ਟਾਸਕ ਹੋ ਰਿਹਾ ਹੈ। ਸੋ ਡੈਫੀਨੇਟਲੀ ਇਸ ਚੀਜ਼ ਨੂੰ ਆਪਾਂ ਕੀ ਕਰਾਂਗੇ
ਲਾਈਕ ਪੈਸਿਵ ਦੇ ਵਿੱਚ ਲਿਖਾਂਗੇ। ਸੋ ਜਿਹੜੀ ਚੀਜ਼ ਜਿਵੇਂ ਆਪਾਂ ਪੰਜਾਬੀ 'ਚ ਬੋਲੀ ਤਾਂ ਇਹ ਕੰਮ ਉਹਦੇ ਦੁਆਰਾ ਕੀਤਾ ਜਾਂਦਾ ਹੈ, ਤਾਂ ਉਸ ਚੀਜ਼ ਦੇ ਵਿੱਚ ਆਪਾਂ ਮੈਨ ਮੇਡ ਪ੍ਰੋਸੈਸ ਹੋ ਜੂ ਤੇ ਪੈਸਿਵ ਲਾਵਾਂਗੇ। ਤੇ ਜਾਂ ਜੇ ਹਿੰਦੀ ਦੇ ਵਿੱਚ ਕਿਹਾ ਜਾਵੇ ਤਾਂ ਇਹ ਪ੍ਰੋਸੈਸ ਉਸਕੇ ਦੁਆਰਾ किया जाता है। ਜਦੋਂ ਜਾਤਾ ਹੈ ਦਾ ਸੈਂਸ ਆ ਜੇ ਉਸਕੇ ਦੁਆਰਾ, ਫਿਰ ਆਪਾਂ ਪੈਸਿਵ ਸਟਰਕਚਰ ਯੂਜ਼ ਕਰਦੇ ਆ। ਤੇ ਜਿਹੜੀ ਨੈਚੁਰਲ ਪ੍ਰੋਸੈਸ ਹੁੰਦੀ ਹੈ ਇਹ ਕਿਸੇ ਦੇ ਦੁਆਰਾ ਨਹੀਂ ਕੀਤੀ ਜਾਂਦੀ, ਇਹ ਸਿੰਪਲ ਹੁੰਦੀ ਆ। ਲਾਈਕ ਹਰ ਇੱਕ ਚੀਜ਼ ਆਪੇ ਹੋਣੀ, ਕਿ ਐਗ ਹੈ, ਐਗ ਤੋਂ ਬਾਅਦ ਐਂਬਰੀਓ ਬਣਦਾ, ਐਂਬਰੀਓ ਤੋਂ ਬਾਅਦ ਜਿਹੜਾ ਬੇਬੀ ਹੈ ਉਹ ਬਣਦਾ ਹੈ ਨਾ। ਸੋ ਉਹ ਆਪੇ ਹੈ, ਉਸਨੂੰ ਕੋਈ ਇਨਸਾਨ ਨਹੀਂ ਬਣਾ ਰਿਹਾ ਜਾਂ ਉਹਦੇ ਵਿੱਚ ਕੋਈ ਐਕਸਟਰਾ ਪਾਵਰ ਨਹੀਂ ਲੱਗ ਰਹੀ, ਇਸ ਲਈ ਉਸਨੂੰ ਆਪਾਂ ਕੀ ਲਿਖਦੇ ਹਾਂ, ਐਕਟਿਵ ਦੇ ਵਿੱਚ ਲਿਖਦੇ ਹਾਂ। ਆਈ ਹੋਪ ਤੁਹਾਡੇ ਡਾਊਟ ਕਲੀਅਰ ਹੋ ਗਿਆ ਹੋਣਾ ਕਿ ਜਿਹੜਾ ਨੈਚੁਰਲ ਹੈ ਉਹਨੂੰ ਐਕਟਿਵ ਵਿੱਚ ਕਿਉਂ ਲਿਖਿਆ ਜਾਂਦਾ ਹੈ ਤੇ ਜਿਹੜਾ ਮੈਨਮੇਡ ਹੈ ਉਹਨੂੰ ਪੈਸਿਵ ਵਿੱਚ ਕਿਉਂ ਲਿਖਿਆ ਜਾਂਦਾ ਹੈ, ਰਾਈਟ। ਸੋ ਨਾਓ ਇਟ ਕੁਡ ਬੀ ਯੂਜ਼ਡ ਪੈਸਿਵ ਟੈਂਸ ਸਮਟਾਈਮਸ, ਕਿ ਕਈ ਵਾਰੀ ਤੁਸੀਂ ਪੈਸਿਵ ਟੈਂਸ ਨੂੰ ਵੀ ਯੂਜ਼ ਕਰ ਸਕਦੇ ਹੋ। ਫੋਰ ਐਗਜ਼ਾਮਪਲ ਜਿਵੇਂ ਕਿ ਕਲਾਊਡਸ ਆਰ ਫਲੋਨ ਬਾਏ ਦਾ ਵਿੰਡਸ, ਕਿ ਕਿਤੇ 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 ਜਿਹੜੀ ਨੈਚੁਰਲ ਪ੍ਰੋਸੈਸ ਹੁੰਦੀ ਆ ਉਹਦੇ ਵਿੱਚ ਆਪਾਂ ਪੈਸਿਵ ਸੈਂਟੈਂਸਸ ਨੂੰ ਵੀ ਯੂਜ਼ ਕਰ ਲੈਂਦੇ ਆ, ਜਿਵੇਂ ਕਿ ਕਲਾਊਡਸ ਆਰ ਫਲੋਨ ਬਾਏ ਦਾ ਵਿੰਡਸ, ਰਾਈਟ। ਸੋ ਸਮ ਟਾਈਮ, ਨੋਟ ਆਲਵੇਜ਼, ਸਮ ਟਾਈਮ, ਬਟ ਫਿਰ ਦੇਖੋ ਇਹਨਾਂ ਨੇ ਕਿਹਾ ਬਟ ਮੋਸਟ ਪ੍ਰੋਬੈਬਲੀ ਯੂਜ਼ ਦਾ ਐਕਟਿਵ ਟੈਂਸਸ ਫॉर ਨੈਚੁਰਲ ਪ੍ਰੋਸੈਸ। ਤਾਂ ਮੋਸਟ ਪ੍ਰੋਬੈਬਲੀ ਤੁਸੀਂ ਕੀ ਕਰਨਾ ਹੈ, ਨੈਚੁਰਲ ਪ੍ਰੋਸੈਸ ਦੇ ਲਈ ਐਕਟਿਵ ਟੈਂਸ ਨੂੰ ਹੀ ਯੂਜ਼ ਕਰਨਾ ਹੈ। ਸੋ ਇਹ ਸਭ ਚੀਜ਼ਾਂ ਕੀ ਸੀਗੀਆਂ, ਇੱਕ ਬੇਸਿਕ ਥਿੰਗਸ ਸੀਗੀਆਂ ਜਿਹੜੀ ਤੁਹਾਨੂੰ ਸਮਝਣੀਆਂ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਮੈਂ 100% ਸ਼ੋਰ ਹਾਂ, ਚਾਹੇ ਤੁਸੀਂ ਕਿਵੇਂ ਵੀ ਕਰ ਲਓ, ਤੁਹਾਡੇ ਜਿਹੜੇ ਬੈਨ ਹੈਗੇ ਆ ਉਹ ਜ਼ਿਆਦਾ ਨਹੀਂ ਆਉਣਗੇ। ਨੈਕਸਟ ਨੋਟ, ਵੀ ਸ਼ੁਡ ਯੂਜ਼ ਦਾ ਨੋਨ ਡਿਫਾਈਨਿੰਗ ਰਿਲੇਟਿਵ ਕਲੌਜ਼, ਕਿ ਆਪਾਂ ਨੂੰ ਯੂਜ਼ ਕਰਨੇ ਆਪਾਂ ਨੋਨ ਡਿਫਾਈਨਿੰਗ ਰਿਲੇਟਿਵ ਕਲੌਜ਼। ਹੁਣ ਆਪਾਂ ਨੂੰ ਪਤਾ ਨਹੀਂ ਕਿ ਨੋਨ ਡਿਫਾਈਨਿੰਗ ਰਿਲੇਟਿਵ ਕਲੌਜ਼ ਕੀ ਹੁੰਦੇ ਆ। ਸੋ ਵੀ ਹੈਵ, ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਆਪਾਂ ਵਾਪਸ ਜਾਈਏ ਗ੍ਰਾਮਰ 'ਚ ਤੇ ਕਲੌਜ਼ਸ ਨੂੰ ਜ਼ਿਆਦਾ ਰੀਡ ਕਰੀਏ ਦੈਨ ਆਪਾਂ ਉਸ ਚੀਜ਼ 'ਤੇ ਆਈਏ। ਸੋ ਇਸ ਲਈ ਕੀ ਹੈ, ਮੈਂ ਉਹਦੇ ਲਈ ਇੱਕ ਨੇਮ ਰੱਖਿਆ, ਉਹਦਾ ਨੇਮ ਹੈ ਸੀਕੁਐਂਸਰਸ। ਸੀਕੁਐਂਸਰਸ ਮਤਲਬ ਕਿਸੇ ਪ੍ਰੋਸੈਸ ਨੂੰ ਲਿਖਣ ਦਾ ਸੀਕੁਐਂਸ, ਕਿ ਉਸਨੂੰ ਕਿਸ ਟਾਈਪ ਨਾਲ ਸੀਕੁਐਂਸ ਦੇ ਵਿੱਚ ਲਿਖਣਾ। ਸੋ ਇੰਸਟੈਡ ਆਫ ਯੂਜ਼ਿੰਗ ਦਾ ਫਰਸਟ ਸਟੈਪ, ਕਿ ਫਰਸਟ ਸਟੈਪ ਇੰਸਟੈਡ ਆਫ ਹੁੰਦਾ ਕੇ ਬਜਾਏ, ਕਿ ਫਰਸਟ ਸਟੈਪ ਯੂਜ਼ ਕਰਨ ਦੀ ਬਜਾਏ the second step, next step and then, ਆਹ ਸਭ ਯੂਜ਼ ਕਰਨ ਦੀ ਬਜਾਏ we might use structures, ਆਪਾਂ ਐਵੇਂ ਦੀਆਂ structures ਨੂੰ ਯੂਜ਼ ਕਰ ਸਕਦੇ ਹਾਂ ਜਿਵੇਂ ਕਿ gradually, over time, eventually। ਨੋਰਮਲੀ ਸਟੂਡੈਂਟ ਕੀ ਕਰਦੇ ਆ, ਜਿਹੜਾ ਮੈਨਮੇਡ ਪ੍ਰੋਸੈਸ ਦੇ ਵਿੱਚ ਜੋ ਵਰਡਸ ਆਪਾਂ ਯੂਜ਼ ਕੀਤੇ, ਸੈਕਿੰਡ ਸਟੈਪ, ਨੈਕਸਟ, ਦੈਨ, ਉਸ 'ਚ ਨੂੰ ਹੀ ਕੀ ਕਰਦੇ ਆ, ਆਪਦੇ ਜਿਹੜਾ ਨੈਚੁਰਲ ਪ੍ਰੋਸੈਸ ਹੁੰਦਾ ਉਹਦੇ ਵਿੱਚੋਂ ਯੂਜ਼ ਕਰਦੇ, ਜਿਹਦੇ ਨਾਲ ਉਹ ਆਪਦੇ ਮਾਰਕਸ ਨੂੰ ਲੂਜ਼ ਕਰ ਦਿੰਦੇ ਆ। ਸੋ ਲਾਈਕ ਗ੍ਰੈਜੂਅਲੀ, ਓਵਰ ਟਾਈਮ, ਇਵੈਂਚੁਅਲੀ, ਐਵੇਂ ਦੇ ਵਰਡ ਤੁਸੀਂ ਯੂਜ਼ ਕਰਨੇ ਆ। ਸੋ ਇਹਦੇ ਵਿੱਚ ਦੇਖੋ ਆਪਾਂ ਹੁਣ ਗੱਲ ਕਰ ਰਹੇ ਹਾਂ ਨੈਚੁਰਲ ਪ੍ਰੋਸੈਸ ਦੇ ਲੈਂਗੁਏਜ ਦੀ, ਕਿ ਕਿਸ ਟਾਈਪ ਦੀ ਲੈਂਗੁਏਜ ਆਪਾਂ ਨੈਚੁਰਲ ਪ੍ਰੋਸੈਸ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਸੀਕੁਐਂਸਿਸ ਦੇ ਲਈ ਗ੍ਰੈਜੂਅਲੀ, ਇਨ ਆਰਡਰ ਟੂ, ਐਜ਼ ਅ ਰਿਜ਼ਲਟ ਆਫ ਦਿਸ, ਇਨ ਆਰਡਰ ਟੂ ਕੇ ਵਾਸਤੇ ਜਿਵੇਂ ਆਪਾਂ ਕਵਾਂਗੇ ਐਜ਼ ਅ ਰਿਜ਼ਲਟ, ਕਿਸੇ ਚੀਜ਼ ਦਾ ਰਿਜ਼ਲਟ ਕੱਢਣ ਦੇ ਲਈ। ਹੈਵਿੰਗ ਕੰਪਲੀਟਡ ਆਲ ਆਫ ਦੀਜ਼ ਸਟੈਪਸ, ਇਹ ਉਦੋਂ ਹੁੰਦਾ ਜਦੋਂ ਸਾਰੇ ਸਟੈਪਸ ਕੰਪਲੀਟ ਹੋ ਜਾਣ, ਉਦੋਂ ਆਪਾਂ ਇਸ ਚੀਜ਼ ਨੂੰ ਲਾ ਸਕਦੇ ਹਾਂ। ਜਿੰਨੇ ਵੀ ਮੈਂ ਤੁਹਾਨੂੰ ਇੱਕ ਲੈਂਗੁਏਜ ਦੇ ਰਹੀ ਹਾਂ ਇਹਦਾ ਇੱਕ ਸੈਂਪਲ ਆਨਸਰ ਹੈ, ਜਿਹਦੇ ਵਿੱਚ ਇਹ ਮੈਂ ਬਹੁਤ ਹੀ ਪ੍ਰੀਸਾਈਜ਼ਲੀ ਉਹਨਾਂ ਨੂੰ ਯੂਜ਼ ਕੀਤਾ ਹੈ ਤੇ ਉਹਨਾਂ ਨੂੰ ਮੈਂ ਡਿਸਕ੍ਰਾਈਬ ਕਰੂੰਗੀ ਕਿ ਤੁਸੀਂ ਅੱਗੇ ਕਿਵੇਂ ਯੂਜ਼ ਕਰਨਾ ਇਹਨਾਂ ਨੂੰ। ਦ ਸਟੈਪ ਆਫਟਰ ਦਿਸ, ਜਦੋਂ ਕੋਈ ਇੱਕ ਸਟੈਪ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਨੈਕਸਟ ਸਟੈਪ ਦੀ ਗੱਲ ਕਰਦੇ ਹਾਂ ਤਾਂ ਆਪਾਂ ਵਰਡ ਲਾਈਨਸ ਯੂਜ਼ ਕਰ ਸਕਦੇ ਹਾਂ, ਦ ਸਟੈਪ ਆਫਟਰ ਦਿਸ। ਦ ਫਾਈਨਲ ਸਟੇਜ ਆਫ ਦ ਸਾਈਕਲ ਇਜ਼ ਵੈਨ, ਉਹਨਾਂ ਨੇ ਕਿਹਾ ਕਿ ਫਾਈਨਲ ਸਟੇਜ ਜਿਹੜੀ ਸਾਈਕਲ ਦੀ ਉਦੋਂ ਹੁੰਦੀ ਹੈ ਜਦੋਂ ਮਤਲਬ ਵੈਨ। ਸੋ ਜਦੋਂ ਲਾਸਟ ਸਟੇਜ ਦੀ ਵਾਰੀ ਆਵੇ ਉਸ ਤੋਂ ਪਹਿਲਾਂ ਆਪਾਂ ਇਹ ਚੀਜ਼ ਲਿਖ ਸਕਦੇ ਹਾਂ। ਐਟ ਦਿਸ ਪੁਆਇੰਟ ਇਨ ਦਾ ਸਾਈਕਲ ਦੇ ਐਸ ਪੁਆਇੰਟ 'ਤੇ। ਸੋ ਇਸ ਚੀਜ਼ ਨੂੰ ਵੀ ਆਪਾਂ ਡਿਸਕ੍ਰਾਈਬ ਕਰ ਸਕਦੇ ਕਿ ਪਰਟੀਕੂਲਰ ਜਿਹੜੀ ਪ੍ਰੋਸੈਸ, ਇੱਕ ਪਰਟੀਕੂਲਰ ਸਟੈਪ ਜਿਹੜਾ ਹੁੰਦਾ ਹੈ, ਜਿਵੇਂ ਐਂਬਰੀਓ ਹੋ ਗਿਆ ਜਾਂ ਟੈਡਪੋਲਸ ਹੋ ਗਏ, ਉਸ ਪਰਟੀਕੂਲਰ ਜਿਹੜਾ ਪ੍ਰੋਸੈਸ ਹੋਊਗੀ ਜਾਂ ਸਟੈਪ ਹੋਊਗਾ ਉਹਨੂੰ ਆਪਾਂ ਕਹਿ ਸਕਦੇ ਹਾਂ ਐਟ ਦਿਸ ਪੁਆਇੰਟ ਇਨ ਦਾ ਸਾਈਕਲ। ਓਬਵੀਅਸਲੀ ਇਹਦੇ ਵਿੱਚ ਆਪਾਂ ਲਾਈਫ ਸਾਈਕਲਸ ਦੀ ਜ਼ਿਆਦਾਤਰ ਗੱਲ ਕਰਦੇ ਹੁੰਦੇ ਹਾਂ ਨੈਚੁਰਲ ਪ੍ਰੋਸੈਸ ਦੇ ਵਿੱਚ। ਸੋ ਓਵਰ ਟਾਈਮ ਆਪਾਂ ਨੂੰ ਪਤਾ ਹੈ ਟਾਈਮ ਦੇ ਨਾਲ, ਰਾਈਟ। ਨਾਓ ਆਰਡਰਿੰਗ, ਜੇ ਆਪਾਂ ਕਿਸੇ ਆਰਡਰ ਨੂੰ ਕਰਨਾ, ਸੋ ਦਾ ਫਸਟ ਸਟੈਪ ਇਜ਼ ਵੈਨ, ਪਹਿਲਾ ਸਟੈਪ ਉਦੋਂ ਹੈ ਜਦੋਂ ਨਾਊਨ ਲਾਉਣਾ ਹੈ, ਜਿਵੇਂ ਫਰੋਗ, ਵਰਬ ਹੋ ਗਈ ਲੇ, ਤਾਂ ਫਰੋਗ ਲੇਜ਼ ਐਗਸ।
ਸੋ ਇਸ ਟਾਈਪ ਨਾਲ ਆਪਾਂ ਜਦੋਂ ਇਹਦੀ ਸਟਾਰਟਿੰਗ ਉਹ ਸਟਾਰਟਿੰਗ ਆਪਾਂ ਕਰ ਸਕਦੇ ਹਾਂ। ਨੈਕਸਟ ਹੈ ਟੂ ਬਿਗਿਨ ਵਿਦ। ਟੂ ਬਿਗਿਨ ਬਹੁਤ ਕਾਮਨ ਹੈ, ਹਰ ਇੱਕ ਸੈਂਟਰ ਵਾਲੇ ਯੂਜ਼ ਕਰਦੇ, ਬਟ ਮੈਂ ਇਸ ਚੀਜ਼ ਨੂੰ ਪ੍ਰੈਫਰ ਨਹੀਂ ਕਰਦੀ, ਬਟ ਮੋਸਟਲੀ ਸਟੂਡੈਂਟ ਕਹਿ ਦਿੰਦੇ ਕਿ ਨਹੀਂ ਜੀ ਅਸੀਂ ਤਾਂ ਇਹੀ ਲਾਵਾਂਗੇ। ਸੋ ਇਸ ਲਈ ਮੈਨੂੰ ਇੱਥੇ ਯੂਜ਼ ਕੀਤਾ, ਬਟ ਮੈਂ ਨਹੀਂ ਇਹਨੂੰ ਮੈਂ ਕਦੇ ਰਾਈਟਿੰਗ ਟਾਸਕ 1 ਵਿੱਚ ਵੀ ਨਹੀਂ ਯੂਜ਼ ਕਰਵਾਇਆ, 2 ਦੇ ਵਿੱਚ ਵੀ ਯੂਜ਼ ਨਹੀਂ ਕਰਵਾਇਆ। ਦ ਪ੍ਰੋਸੈਸ ਕਮੈਂਸਿਸ ਵਿਦ, ਇਹਨੂੰ ਤੁਸੀਂ ਲਾ ਸਕਦੇ ਹੋ, ਇੱਕ ਅੱਛਾ ਇਫੈਕਟਿਵ ਜੀ ਲਾਈਨ ਹੈ, ਬਟ ਮੈਂ ਇਹੀ ਰეკਮੈਂਡ ਕਰੂੰਗੀ ਕਿ ਤੁਸੀਂ ਪਹਿਲਾਂ ਆਹੀ ਲਾਓ। ਦ ਫਸਟ ਸਟੇਜ ਇਜ਼, ਕਿ ਪਹਿਲੀ ਸਟੇਜ ਉਦੋਂ ਆਉਂਦੀ ਹੈ, ਸੋ ਤੁਸੀਂ ਇਸ ਨੂੰ ਉਦੋਂ ਹੀ ਕਰੋ। ਦੈਨ ਆਫਟਰ ਮਿਡਲ ਸਟੇਜਸ, ਮਿਡਲ ਸਟੇਜਸ ਨੂੰ ਜੇ ਮੈਂ ਡਿਸਕ੍ਰਾਈਬ ਕਰਨ ਤੇ ਆਵਾਂ, ਦੈਨ ਵੰਸ ਏ ਦੀ ਜਗ੍ਹਾ ਤੁਸੀਂ ਕੋਈ ਵੀ ਇੱਕ ਸਟੇਜ ਨੂੰ ਰੱਖਣਾ ਹੈ, ਹੈਜ਼ ਫਿਨਿਸ਼ਡ ਉਹ ਫਿਨਿਸ਼ ਹੁੰਦੀ ਹੈ, ਦੈਨ ਬੀ ਇਜ਼ ਏਬਲ ਟੂ ਸਟਾਰਟ, ਦੈਨ ਉਸ ਤੋਂ ਬਾਅਦ ਜਿਹੜੀ ਨੈਕਸਟ ਬੀ ਸਟੇਜ ਹੈ ਉਹ ਸਟਾਰਟ ਕਰਨ ਦੇ ਯੋਗ ਹੋ ਜਾਂਦੀ ਹੈ। ਨੈਕਸਟ ਉਸ ਤੋਂ ਬਾਅਦ ਵਾਈਲ, ਐਜ਼, at the same time, the step after this, ਫਿਰ ਉਸ ਤੋਂ ਬਾਅਦ ਤੁਸੀਂ verb ਲਾਉਣੀ ਹੈ, ਜਿਹੜੀ ਸਟੈਪ ਹੈ ਉਸ ਤੋਂ ਬਾਅਦ ਉਸ ਦਾ ਨਾਂ ਲਿਖਣਾ। by this stage, ਇਸ ਸਟੇਜ ਦੇ ਦੁਆਰਾ ਕੀ ਹੋ ਗਿਆ, ਜਿਵੇਂ by this stage embryo develops ਜਾਂ a frog becomes mature, ਇਸ ਟਾਈਪ ਨਾਲ ਤੁਸੀਂ ਲਿਖ ਸਕਦੇ ਹੋ। the next step is when plus noun plus verb, same as above, ਮੈਂ ਤੁਹਾਨੂੰ ਉੱਪਰ ਦੱਸਿਆ ਸੀ ਉਸ ਟਾਈਪ ਨਾਲ ਤੁਸੀਂ ਲਾਉਣਾ। after the stage is complete, ਕੋਈ ਇੱਕ ਸਟੇਜ ਹੈ ਜਿਵੇਂ ਐਮਬਰੀਓ ਦੀ ਸਟੇਜ ਹੈ ਉਹ ਕੰਪਲੀਟ ਹੋ ਗਈ ਹੈ, ਤਾਂ ਉਸ ਤੋਂ ਬਾਅਦ ਕਿਹੜੀ ਸਟੇਜ ਆਊਗੀ ਉਸ ਬਾਰੇ ਲਿਖਣਾ। this step involves, ਇਸ ਸਟੈਪ ਕੀ ਇਨਵੋਲਵ ਕਰਦਾ ਹੈ, verb plus ing। ਜਿਵੇਂ ਮੈਂ ਤੁਹਾਨੂੰ ਕਹਾਂ ਕਿ ਕੋਈ ਮੇਟਿੰਗ ਤੇ ਆ ਰਿਹਾ ਹੈ ਕਿ ਜਿਵੇਂ 2 frog ਹੈ, ਮੇਲ ਫੀਮੇਲ, ਉਹਨਾਂ ਦੀ ਮੇਟਿੰਗ ਹੋ ਰਹੀ ਹੈ, ਤਾਂ ਤੁਸੀਂ ਕਹੋਗੇ this step involves mating। ਨੈਕਸਟ ਇਵੈਂਚੁਅਲੀ ਆਪਾਂ ਸਾਰੇ ਫੈਮਿਲੀਅਰ ਐਟ ਲਾਸਟ। ਲਾਸਟ ਸਟੇਜ ਨੂੰ ਡਿਫਾਈਨ ਕਰਨ ਦੇ ਲਈ, ਵਨਸ ਦਾ ਫਾਈਨਲ ਸਟੇਜ ਹੈਜ਼ ਬੀਨ ਕੰਪਲੀਟਡ, ਕਿ ਜਦੋਂ ਇੱਕ ਵਾਰੀ ਫਾਈਨਲ ਸਟੇਜ ਕੰਪਲੀਟ ਹੋ ਜਾਂਦੀ ਹੈ, ਦੈਨ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਸਟੈਪ ਦੱਸਿਆ ਹੋਊਗਾ ਕੋਮਾ ਲਾ ਕੇ ਤੁਸੀਂ ਉਸ ਨੂੰ ਡਿਸਕ੍ਰਾਈਬ ਕਰ ਦੇਣਾ। ਉਸ ਤੋਂ ਬਾਅਦ ਐਕਸਪ੍ਰੈਸਿੰਗ ਪਰਪਜ਼, ਕੋਈ ਪਰਪਜ਼ ਨੂੰ ਐਕਸਪ੍ਰੈਸ ਕਰਨਾ, ਜਿਵੇਂ ਕਿ ਏ ਇਜ਼ ਡਨ ਸੋ ਐਜ਼ ਟੂ ਪ੍ਰੋਡਿਊਸ ਡੈਸ਼, ਕਿ ਆਹ ਚੀਜ਼ ਐਮਬਰੀਓ ਡਨ ਹੋਇਆ, ਫੋਰ ਐਗਜ਼ਾਮਪਲ ਜਿਹੜੇ ਫਰੋਗ ਹੈਗਾ ਉਹਨਾਂ ਦੇ ਐਮਬਰੀਓ ਬਣੇ ਆ, ਦੈਨ ਉਸ ਤੋਂ ਬਾਅਦ ਹੀ ਟੈਡਪੋਲਸ ਉਸ ਤੋਂ ਬਾਹਰ ਆਏ ਆ, ਸੋ ਇਸ ਟਾਈਪ ਨਾਲ ਲਿਖ ਸਕਦੇ ਐਮਬਰੀਓ ਸਟੇਜ ਇਜ਼ ਡਨ ਸੋ ਟੂ ਪ੍ਰੋਡਿਊਸ tadpoles। ਸੋ ਇਸ ਟਾਈਮ ਨਾਲ ਤੁਸੀਂ ਇਨ ਆਰਡਰ ਟੂ ਵੀ ਲਾ ਸਕਦੇ ਹੋ, ਸੋ ਦੈਟ ਵੀ ਇਸ ਦੀ ਜਗ੍ਹਾ ਲਾ ਸਕਦੇ ਹੋ, ਸੋ ਦੈਟ ਐਂਡ ਇਨ ਆਰਡਰ ਟੂ ਦੋਨੋਂ ਇਹਨਾਂ ਦੀ ਜਗ੍ਹਾ ਤੁਸੀਂ ਲਾ ਸਕਦੇ ਹੋ, ਟੂ ਪ੍ਰੋਡਿਊਸ। ਨੈਕਸਟ ਐਕਸਪ੍ਰੈਸਿੰਗ ਕਾਜ਼ ਐਂਡ ਰਿਜ਼ਲਟ, ਕੋਈ ਕਾਜ਼ ਐਂਡ ਰਿਜ਼ਲਟ ਨੂੰ ਐਕਸਪ੍ਰੈਸ ਕਰਨ ਦੇ ਲਈ, ਇਹ ਬਹੁਤ ਰੇਅਰ ਹੈ ਇਹ ਯੂਜ਼ ਹੁੰਦੇ, ਬਟ ਐਟਲੀਸਟ ਇੱਕ ਤਾਂ ਆਪਾਂ ਯੂਜ਼ ਕਰ ਹੀ ਸਕਦੇ ਹਾਂ ਟਾਸਕ ਦੇ ਵਿੱਚ ਉਹਨੂੰ ਇਫੈਕਟਿਵ ਬਣਾਉਣ ਦੇ ਲਈ। ਸੋ ਇਹ ਸਾਰੇ ਵਰਡਸ ਹੈ ਲਾਈਕ ਏ ਐਜ਼ ਅ ਰਿਜ਼ਲਟ, ਦਿਸ ਰਿਜ਼ਲਟਸ ਇਨ ਪਲੱਸ ਨਾਊਨ, ਦ ਏ ਰਿਜ਼ਲਟਸ ਫਰੋਮ ਬੀ, ਔਰ ਹਾਈਫਨ ਇਨ ਬੀ ਵੀ ਲਾ ਸਕਦੇ ਹੋ। ਇੱਕ ਵਨ ਮੋਰ ਥਿੰਗ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਪ੍ਰੈਪੋਜੀਸ਼ਨ ਦਾ ਤੁਸੀਂ ਇੱਕ ਐਕੂਰੇਟ ਯੂਜ਼ ਕਰਨਾ ਹੈ, ਪ੍ਰੈਪੋਜੀਸ਼ਨ ਦਾ ਬਿਲਕੁਲ ਸਹੀ ਯੂਜ਼ ਕਰਨਾ ਹੈ, ਤਾਂ ਕਿ ਤੁਹਾਡੇ ਐਗਜ਼ਾਮੀਨਰ ਦੇ ਕੋਲ ਇੱਕ ਅੱਛਾ ਇੰਪ੍ਰੈਸ਼ਨ ਪਵੇ ਕਿ ਦੈਟ ਦਿਸ ਪਰਸਨ ਹੈਜ਼ ਅ ਡੀਪ ਨੌਲੇਜ ਆਫ ਗ੍ਰਾਮਰ। ਏ ਹੈਪਨਸ ਕੋਮਾ ਵਿਚ ਰਿਜ਼ਲਟਸ ਇਨ ਬੀ, A happens comma which leads to B, and A happens comma which causes B। ਸੋ ਇਹ ਤਿੰਨੇ ਇੱਕ ਦੇ ਵਿੱਚ ਰਿਜ਼ਲਟ ਨਿਕਲ ਰਿਹਾ, ਇੱਕ ਉਸ ਨੂੰ ਸੈਕਿੰਡ ਸਟੈਪ ਨੂੰ ਲੀਡ ਕਰ ਰਿਹਾ, ਥਰਡ ਜਿਹੜਾ ਉਸ ਥਰਡ ਸਟੈਪ ਦਾ ਕਾਰਨ ਬਣ ਰਿਹਾ ਹੈ। ਸੋ ਇਸ ਟਾਈਪ ਨਾਲ ਕੀ ਹੈ ਕਿ ਤੁਸੀਂ ਅਲੱਗ-ਅਲੱਗ ਤਿੰਨਾਂ ਨੂੰ ਡਿਸਕ੍ਰਾਈਬ ਕਰ ਸਕਦੇ ਹੋ, ਇਹਨਾਂ ਨੂੰ ਯੂਜ਼ ਕਰ ਸਕਦੇ ਹੋ। A happens with the result that B happens, ਉਹਨਾਂ ਨੇ ਕਿਹਾ। ਹੁਣ ਦੇਖੋ ਇਸ ਨੂੰ ਇੱਕ ਰਿਵਰਸ ਸਟਰਕਚਰ ਬਣਾਉਣ ਦੇ ਲਈ ਮੈਂ ਕਹੂੰਗੀ ਕਿ ਇਹ ਹੈਪਨਸ, ਇਹ ਤਾਂ ਹੀ ਹੋਈ ਹੈ ਵਿਚ ਦਾ ਰਿਜ਼ਲਟ ਦੈਟ ਬੀ ਹੈਪਨਸ। ਜਿਵੇਂ ਮੈਂ ਕਹਾਂ ਐਗਜ਼ ਹੈਪਨਸ ਜਾਂ ਐਮਬਰੀਓ ਹੈਪਨਸ ਕੋਮਾ ਵਿਦ ਦ ਰਿਜ਼ਲਟ ਦੈਟ ਐਗਜ਼ ਡਿਵੈਲਪਸ ਜਾਂ ਐਗਜ਼ ਹੈਪਨਸ। ਇਸ ਟਾਈਪ ਨਾਲ ਹੈਪਨਸ ਦੀ ਜਗ੍ਹਾ ਤੁਸੀਂ ਕੀ ਲਾਉਣਾ, ਕੋਈ ਇਹੋ ਜਿਹੀ ਵਰਬ ਲਾਉਣੀ ਲਾਈਕ ਐਗਜ਼ ਡਿਵੈਲਪ, ਐਮਬਰੀਓ ਜਾਂ ਜਿੱਦਾਂ ਫਿਰ ਆਪਾਂ ਕਹਾਂਗੇ ਕਿ ਫਰੋਗ ਲੇਜ਼ ਕੋਮਾ ਵਿਦ ਦ ਰਿਜ਼ਲਟ ਦੈਟ ਫਰੋਗ ਮੇਟਿੰਗ, ਫਰੋਗਸ ਨੇ ਏਸ ਲਾਈਕ ਲੇਜ਼ ਐਗਸ ਨੂੰ ਲੇ ਕੀਤਾ ਕਿਉਂਕਿ ਉਹਨਾਂ ਦੇ ਵਿੱਚ ਮੇਟਿੰਗ ਹੋਈ ਸੀ। ਸੋ ਇਸ ਟਾਈਮ ਨਾਲ ਹੈਪਨਸ ਦੀ ਜਗ੍ਹਾ ਤੁਸੀਂ ਕੀ ਲਾਉਣਾ, ਜਿਹੜਾ ਹੈਪਨਸ ਹੈ ਇਸ ਦੀ ਜਗ੍ਹਾ ਤੁਸੀਂ ਕੋਈ ਵੀ ਇੱਕ ਵਰਬ ਲਾ ਦੇਣੀ ਹੈ, ਜਾਂ ਇਸ ਦੀ ਜਗ੍ਹਾ ਮੈਂ ਤੁਹਾਨੂੰ ਕਰਕੇ ਦਿਖਾ ਦਿੰਦੀ, ਇੱਥੇ ਤੁਸੀਂ ਕੋਈ ਵੀ ਕੀ ਲਿਖਣਾ, ਸਟੈਪ ਲਿਖਣਾ, ਜਸਟ ਵੇਟ, ਯੈਸ, ਇਹਦੀ ਜਗ੍ਹਾ ਕੋਈ ਵੀ ਤੁਸੀਂ ਸਟੈਪ ਲਿਖ ਦੇਣਾ। ਸੋ ਜੋ ਵੀ ਸਟੈਪ ਹੋ ਰਿਹਾ ਉਸ ਨੂੰ ਲਿਖਣਾ, ਇੱਥੇ ਵੀ ਹੈਪਨਸ ਦੀ ਜਗ੍ਹਾ ਤੁਸੀਂ ਸਟੈਪ ਲਿਖਣਾ। ਦੈਨ ਇਸ ਤੋਂ ਬਾਅਦ ਸੈਂਪਲ ਆਨਸਰ। ਸੋ ਇੰਨਾ ਜਿਹੜਾ ਸੀਗਾ ਇਹ ਸਾਰਾ ਤਾਂ ਮੈਂ ਤੁਹਾਨੂੰ ਡਿਸਕ੍ਰਾਈਬ ਕੀਤਾ ਕਿ ਕਿੱਦਾਂ ਤੁਸੀਂ ਆਪਦੇ ਜਿਹੜਾ ਨੈਚੁਰਲ ਪ੍ਰੋਸੈਸ ਹੁੰਦਾ ਉਹਦੇ ਵਿੱਚ ਤੁਸੀਂ ਵੇਰੀਏਸ਼ਨਸ ਪਾ ਸਕਦੇ ਹੋ, ਬਿਕੋਜ਼
ਰਾਈਟਿੰਗ ਕਿਹਦੀ ਗੇਮ ਆ? ਰਾਈਟਿੰਗ ਗੇਮ ਹੈ ਸਿਰਫ ਵੇਰੀਏਸ਼ਨਸ ਦੀ, ਆਪਦੇ ਟਾਸਕ ਅਚੀਵਮੈਂਟ ਦੀ। ਜੇ ਤੁਹਾਡੇ ਕੋਲ ਅੱਛੇ ਵੇਰੀਏਸ਼ਨਸ ਹੈ, ਅੱਛੇ ਵਰਡਸ ਹੈ, ਅੱਛੀ ਟਾਸਕ ਅਚੀਵਮੈਂਟ ਹੈ, ਦੈਨ ਡੈਫੀਨੇਟਲੀ ਯੂ ਵਿਲ ਗੈਟ 6.5 ਔਰ 7। ਮੇਰੇ ਜਿੰਨੇ ਵੀ ਸਟੂਡੈਂਟਸ ਆ ਸਭ ਦੇ 6.5 7 ਬੈਂਡ ਸਕੋਰ ਆਉਂਦੇ ਆ ਰਾਈਟਿੰਗ ਦੇ ਵਿੱਚ, ਜਸਟ ਬਿਕੋਜ਼ ਆਈ ਐਮ ਗਿਵਿੰਗ them the same format, the same words to use, then and they have gotten their desired band score in writing and reading, listening, or in all modules as well. So let's read the sample answer. ਸੈਂਪਲ ਆਂਸਰ ਦੇ ਵਿੱਚ ਆਪਾਂ ਇੱਕ ਫਰੋਗ ਹੈ ਜਿਹਦੇ ਲਾਈਫ ਸਾਈਕਲ ਦੇ ਬਾਰੇ ਗੱਲ ਕਰਾਂਗੇ। ਸੋ ਆਪਾਂ ਸ਼ੁਰੂ ਦੇ ਵਿੱਚ ਇਹਨੂੰ ਥੋੜਾ ਜਿਹਾ ਸਮਝ ਲੈਂਦੇ ਆ। ਸਭ ਤੋਂ ਪਹਿਲਾਂ ਜਿਹੜੀ ਸਟੇਜ ਹੈਗੀ ਆ ਉਹ ਫਰੋਗ ਸਪੌਨ ਤੋਂ ਸਟਾਰਟ ਹੁੰਦੀ ਆ, ਜਿਹੜੇ ਐਗਜ਼ ਆ। ਸੋ ਦੇਖੋ ਇਹਨੂੰ ਤੁਸੀਂ ਡੀਪਲੀ ਅੰਡਰਸਟੈਂਡ ਕਰਨਾ। ਵੈਸੇ ਤਾਂ ਕੋਈ ਵੀ ਲਿਖ ਸਕਦਾ, ਸਾਹਮਣੇ ਦਿੱਤੀ ਹੋਈ ਹੈ, ਸਭ ਨੂੰ ਲਿਖਣਾ ਆਉਂਦਾ, ਸਭ ਨੂੰ ਪਤਾ ਆ, ਸੋ ਲਿਖ ਕੇ ਉਹਨੂੰ ਡਿਸਕ੍ਰਾਈਬ ਕਰ ਦਿੰਦੇ। ਬਟ ਤੁਸੀਂ ਸਭ ਤੋਂ ਅਲੱਗ ਬਣਨਾ ਕਿ ਤੁਸੀਂ ਡਿਫਰੈਂਟ ਮਾਰਕਸ ਲੈਣੇ ਆ। ਸੋ ਇਹਦੇ ਲਈ ਤੁਸੀਂ ਕੀ ਕਰਨਾ, ਇਹਨੂੰ ਅੱਛੀ ਤਰ੍ਹਾਂ ਇਵੈਲੂਏਟ ਕਰਨਾ, ਇਹਦੇ 5 ਮਿੰਟਸ ਇੱਥੇ ਸਪੈਂਡ ਕਰਨੇ। ਸਭ ਤੋਂ ਪਹਿਲਾਂ ਦੇਖਣਾ, ਦੇਖੋ ਐਗਜ਼ ਜਿਹੜੇ ਹੈ ਓਬਵੀਅਸਲੀ ਇਹ ਚੀਜ਼ ਪਾਣੀ ਦੇ ਅੰਦਰ ਹੋ ਰਹੀ ਹੈ, ਆਹ ਜਿਹੜੀ ਲੈਂਡ ਦੇ ਬਾਹਰ ਹੋ ਰਹੀ ਹੈ, ਹੈ ਨਾ, ਦਿਖ ਰਹੇ ਆ। ਸੋ ਇਸ ਟਾਈਪ ਦੇ ਪਲਾਂਟਸ ਜਿਹੜੇ ਆ ਉਹ ਪਾਣੀ ਦੇ ਅੰਦਰ ਹੁੰਦੇ ਆ। ਓਕੇ, ਪਾਣੀ ਦੀ ਜਿਹੜੀ ਸਤਹ ਹੈ ਉਹ ਕਿਹੜੀ ਹੈ? ਨੀਚੇ ਆ, ਜਿੱਥੇ ਰੂਟਸ ਹੈਗੀਆਂ ਪਲਾਂਟਸ ਦੀਆਂ, ਤੇ ਐਗਸ ਜਿਹੜੇ ਆ ਉਹ ਬਿਲਕੁਲ ਪਲਾਂਟ ਦੇ ਅਪਰ ਲੈਵਲ ਤੇ ਦਿੱਤੇ ਹੋਏ ਆ। ਸੋ ਇਹਨਾਂ ਨੇ ਕੀ ਕਿਹਾ ਹੈ ਕਿ ਜਦੋਂ ਉੱਪਰ ਹੈ ਤਾਂ ਦੈਨ ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਐਗਸ ਕੀ ਕਰ ਰਹੇ? ਫਲੋਟ ਕਰ ਰਹੇ ਆ। ਤਾਂ ਤੁਸੀਂ ਇਸ ਦੇ ਨਾਲ ਪੈਨਸਿਲ ਨਾਲ ਲਿਖ ਲੈਣਾ ਕਿ ਐਗਸ ਕੀ ਹੋ ਰਿਹਾ? ਫਲੋਟਿੰਗ ਕਰ ਰਹੇ ਆ। ਦੈਨ ਉਸ ਤੋਂ ਬਾਅਦ ਸਮਾਲ ਟੈਡਪੋਲ ਇਮਰਜਿਸ, ਕਿ ਇਹਨਾਂ ਦੇ ਵਿੱਚੋਂ ਕੀ ਹੋ ਰਿਹਾ, ਜਿਹੜੇ ਛੋਟੇ ਛੋਟੇ ਟੈਡਪੋਲਸ ਹੈ ਉਹ ਇਮਰਜ ਹੋ ਰਹੇ ਆ, ਮਤਲਬ ਕਿ ਉਹ ਬਾਹਰ ਨਿਕਲ ਰਹੇ ਆ। ਠੀਕ ਹੈ, ਜਿਹੜੇ ਐਗਜ਼ ਹੁੰਦੇ ਆ, ਜਦੋਂ ਐਗਜ਼ ਟੁੱਟਦੇ ਆ ਤਾਂ ਉਹਨਾਂ ਨੂੰ ਕਹਿੰਦੇ ਹੈਚਿਸ। ਜਦੋਂ ਉਹਦੇ ਵਿੱਚੋਂ ਕੋਈ ਵੀ ਜਿਹੜਾ ਲਾਈਕ, ਚਾਹੇ ਤੁਸੀਂ ਗੱਲ ਕਰੋ ਫਰੋਗ ਦੀ ਗੱਲ ਕਰੋ, ਕੋਈ ਲਾਈਕ ਕੁੱਕੜ ਹੁੰਦਾ ਜਾਂ ਕੁਛ ਵੀ ਹੈ, ਉਹ ਜਦੋਂ ਬਾਹਰ ਨਿਕਲਦੇ ਤਾਂ ਉਸ ਚੀਜ਼ ਨੂੰ ਕੀ ਕਹਿੰਦੇ ਆ? ਇਮਰਜਿਸ। ਸੋ ਉਸ ਨੂੰ ਕਹਿੰਦੇ ਆ ਇਮਰਜਿਸ। ਦੈਨ ਉਸ ਤੋਂ ਬਾਅਦ ਇਹ ਕੀ ਹੋ ਰਿਹਾ, ਇਹਦੇ ਦੇਖੋ ਟੇਲ ਡਿਵੈਲਪ ਹੋ ਰਹੀ ਹੈ। ਸੋ ਡੋਂਟ ਫੋਰਗੇਟ ਟੂ ਮੈਂਸ਼ਨ ਦਾ ਟੇਲ। ਮੈਂ ਤੁਹਾਨੂੰ ਤਾਂ ਹੀ ਕਰੀ, ਇਹਨੂੰ ਬਿਲਕੁਲ ਪ੍ਰੀਸਾਈਜ਼ਲੀ ਤੁਸੀਂ ਦੇਖਣਾ। ਸੋ ਇੱਥੇ ਕੀ ਹੋ ਰਹੀ ਹੈ? ਟੇਲ ਡਿਵੈਲਪ ਹੋ ਰਹੀ ਹੈ। ਫਿਰ ਉਸ ਤੋਂ ਬਾਅਦ ਇਹ ਕੀ ਬਣ ਗਿਆ? ਟੈਡਪੋਲ ਡਿਵੈਲਪਸ। ਲੈਟ ਮੀ ਜ਼ੂਮ ਇਟ। ਓਕੇ, ਲੈਟਸ ਇੱਦਾਂ ਹੀ ਕਰਦੇ ਨੂੰ। ਸੋ ਇਸ ਤੋਂ ਬਾਅਦ ਕੀ ਹੈ? ਸਮਾਲ ਟੈਡਪੋਲ ਇਮਰਜਿਸ। ਦੈਨ ਉਸ ਤੋਂ ਬਾਅਦ ਟੈਡਪੋਲ ਡਿਵੈਲਪ। ਤੇ ਇਹ ਟੈਡਪੋਲ ਕੀ ਹੋ ਰਿਹਾ? ਡਿਵੈਲਪ ਹੋ ਰਹੀ ਹੈ, ਬਟ ਇਹਦੀ ਜਿਹੜੀ ਟੇਲ ਹੈਗੀ ਉਹ ਲਾਰਜਰ ਹੋ ਗਈ ਹੈ। ਪਲੱਸ ਤੁਸੀਂ ਦੇਖ ਸਕਦੇ ਹੋ ਇਹਦੇ ਮਾਊਥ ਦੇ ਵਿੱਚ ਵੀ ਕੀ ਹੋ ਗਿਆ? ਡਿਫਰੈਂਸਿਸ ਆ ਗਿਆ ਸਾਈਜ਼ ਦੇ ਵਿੱਚ, ਇਹਦੇ ਨਾਲੋਂ ਇਹਦਾ ਮਾਊਥ ਜਿਹੜਾ ਉਹ ਵੱਡਾ ਹੋ ਗਿਆ ਹੈ। ਦੈਨ ਸਮ ਲੈਗਸ ਵੀ ਦੇਖੋ ਇਹਦੇ ਬਾਹਰ ਆ ਗਈਆਂ ਨੇ। ਉਸ ਤੋਂ ਬਾਅਦ ਇਹ ਯੰਗ ਫਰੋਗ ਬਣ ਰਿਹਾ ਹੈ। ਜਦੋਂ ਇਹ ਯੰਗ ਫਰੋਗ ਬਣ ਰਿਹਾ ਸੀ ਤਾਂ ਇਸ ਤੋਂ ਕੀ ਹੋ ਰਿਹਾ, ਇਹ ਜਿਹੜੀ ਇਹਦੀ ਟੇਲ ਸੀ ਇਹ ਲੌਂਗ ਸੀਗੀ, ਹੁਣ ਇਹਦੀ ਟੇਲ ਕੀ ਬਣ ਗਈ ਹੈ? ਸ਼ਾਰਟ ਬਣ ਗਈ ਹੈ। ਪਲੱਸ ਜਿਹੜੀਆਂ ਇਹਦੀਆਂ ਲੈਗਸ ਹੈ ਉਹ ਹੋਰ ਵੀ ਜ਼ਿਆਦਾ ਵੱਡੀਆਂ ਹੋ ਗਈਆਂ, ਡਿਵੈਲਪਸ ਹੋ ਗਈਆਂ, ਐਂਡ ਫਰੰਟ ਲੈਗਸ ਵੀ ਉਹਦੀਆਂ ਡਿਵੈਲਪ ਹੋ ਗਈਆਂ। ਸੋ ਉਸ ਤੋਂ ਬਾਅਦ ਇਹ ਕੀ ਬਣ ਰਿਹਾ? ਮੈਚਿਓਰ ਫਰੋਗ ਬਣ ਰਿਹਾ। ਮੈਚਿਓਰ ਫਰੋਗ ਜਦੋਂ ਬਣਿਆ ਉਸ ਤੋਂ ਬਾਅਦ ਨੋਟ ਕਰੋ ਕਿ ਉਹਦੀ ਜਿਹੜੀ ਟੇਲ ਹੈ ਉਹ ਬਿਲਕੁਲ ਫਿਨਿਸ਼ ਹੋ ਗਈ ਹੈ, ਰਾਈਟ? ਉਹ ਹੈ ਹੀ ਨਹੀਂ ਗੀ, ਬਟ ਸਟਿਲ ਇਹ ਪ੍ਰੋਸੈਸ ਕਿਹਦੇ ਅੰਦਰ ਚੱਲ ਰਿਹਾ? ਪਾਣੀ ਦੇ ਅੰਦਰ ਚੱਲ ਰਿਹਾ। ਜਦੋਂ ਇਹ ਫਰੋਗ ਬਾਹਰ ਆਊਗਾ, ਦੇਖੋ ਜਿਹੜੀ ਟੇਲ ਹੁੰਦੀ ਉਹ ਕਾਹਦੇ ਲਈ ਯੂਜ਼ ਹੁੰਦੀ ਹੈ? ਉਹ ਯੂਜ਼ ਹੁੰਦੀ ਹੈ ਫਲੋਟਿੰਗ ਕਰਨ ਲਈ। ਇੱਕ ਜਿਹੜਾ ਫਰੋਗ ਹੁੰਦਾ ਉਹਦੇ ਫਲੋਟਿੰਗ ਲਈ ਯੂਜ਼ ਹੁੰਦੀ ਹੈ। ਸੋ ਜਦੋਂ ਇਹ ਬਾਹਰ ਆਉਣ ਦੀ ਟਰਾਈ ਕਰਦਾ ਹੈ, ਲੈਂਡ ਤੇ ਆ ਰਿਹਾ ਹੈ, ਦੈਨ ਇਹਦੀ ਪੂਛ ਚਲੇ ਗਈ ਹੈ। ਤਾਂ ਇਹ ਸਾਹ ਕਿੱਥੋਂ ਲੈ ਰਿਹਾ? ਬਾਹਰ ਇਨਵਾਇਰਮੈਂਟ ਤੋਂ। ਓਕੇ, ਉਸ ਤੋਂ ਬਾਅਦ ਇਹ ਬਿਲਕੁਲ ਅੱਛਾ ਮੋਟਾ ਤਾਜ਼ਾ ਫਰੋਗ ਬਣ ਗਿਆ। ਦੈਨ ਹੁਣ ਇਹ ਕੀ ਕਰ ਰਿਹਾ? ਆਪਣੇ ਫਿਰ ਇਹਦੀ ਕਿਹੜੀ ਸਟੇਜ ਆਉਂਦੀ ਹੈ? ਮੇਟਿੰਗ ਸਟੇਜ ਆਉਂਦੀ ਹੈ। ਮੇਟਿੰਗ ਸਟੇਜ ਤੋਂ ਬਾਅਦ ਫਿਰ ਇਹਦੀ ਸੇਮ ਜਿਹੜੇ ਸਟੈਪਸ ਹੈਗੇ, ਨੈਚੁਰਲ ਸਾਈਕਲ ਜਿਹੜਾ ਹੈਗਾ ਉਹ ਸਟਾਰਟ ਹੋ ਜਾਂਦਾ ਹੈ। ਸੋ ਦੇਖੋ ਜਨਰਲੀ ਸਟੂਡੈਂਟ ਕੀ ਕਰਦੇ ਆ, ਉਹ ਕਹਿੰਦੇ ਆ ਕਿ ਪਿਕਚਰਸ ਦਿੱਤੀਆਂ, ਇਹ ਤਾਂ ਐਵੇਂ ਹੀ ਦਿੱਤੀਆਂ ਪਿਕਚਰਸ, ਤਾਂ ਸਿਰਫ ਇਹਨਾਂ ਦੇ ਨੀਚੇ ਜੋ ਫਰੋਗ ਸਪੌਨ ਲਿਖਿਆ ਹੋਇਆ, ਸਮਾਲ ਟੈਡਪੋਲ ਐਮਰਜਿਸ ਲਿਖਿਆ ਹੋਇਆ, ਟੈਡਪੋਲ ਡਿਵੈਲਪਸ ਲਿਖਿਆ ਹੋਇਆ, ਬਸ ਆਪਾਂ ਇਹੀ ਚੱਕਣਾ, ਇਹਨਾਂ ਨੂੰ ਐਕਟਿਵ ਦੇ ਨਾਲ ਯੂਜ਼ ਕਰਨਾ, ਦੈਨ ਅਸੀਂ ਸਾਡਾ ਟਾਸਕ ਕੰਪਲੀਟ। ਫਿਰ ਸਟੂਡੈਂਟਸ ਨੂੰ ਪ੍ਰੋਬਲਮਸ ਆਉਂਦੀਆਂ, ਪਹਿਲੀ ਕਿ ਉਹਨਾਂ ਦੇ ਵਰਡ ਲਿਮਿਟ ਕੰਪਲੀਟ ਨਹੀਂ ਹੁੰਦੇ, ਸੈਕਿੰਡ ਪ੍ਰੋਬਲਮ ਕਿ ਉਹ ਇਫੈਕਟਿਵ ਨਹੀਂ ਲਿਖਦੇ, ਥਰਡ ਪ੍ਰੋਬਲਮ ਕਿ ਉਹ ਇਹਨੂੰ ਪੂਰਾ ਇਵੈਲੂਏਟ ਨਹੀਂ ਕਰਦੇ, ਇਹਨੂੰ ਪੂਰੀ ਤਰ੍ਹਾਂ ਐਕਸਪਲੇਨ ਨਹੀਂ ਕਰਦੇ, ਐਂਡ ਫੋਰਥ ਪ੍ਰੋਬਲਮ ਐਜ਼ ਯੂਜ਼ੁਅਲ ਉਹਨਾਂ ਦੇ ਬੈਂਡ ਸਕੋਰ ਘੱਟ ਆਉਂਦੇ ਆ। ਸੋ ਇਸ ਟਾਈਪ ਨਾਲ ਤੁਸੀਂ ਪਿਕਚਰ ਨੂੰ ਪੂਰੀ ਤਰ੍ਹਾਂ ਇਵੈਲੂਏਟ ਕਰਨਾ, ਇਹਨੂੰ ਦੇਖਣਾ ਆ। ਹੁਣ ਇਹਦੇ ਆਪਾਂ ਸੈਂਪਲ ਆਂਸਰ ਨੂੰ ਦੇਖਦੇ ਹਾਂ। ਦ ਫਲੋ ਚਾਰਟ ਇਲੂਸਟ੍ਰੇਟ ਦ ਡਿਵੈਲਪਮੈਂਟ ਆਫ ਅ ਫਰੋਗ ਫਰੋਮ ਐਗ ਡਿਊਰਿੰਗ ਇਟਸ ਲਾਈਫ ਸਾਈਕਲ। ਇਟਸ ਸਿੰਪਲ, ਸੋ ਸਿੰਪਲ, ਇਹਨੂੰ ਆਪਾਂ ਇੱਦਾਂ ਲਿਖ ਸਕਦੇ ਹਾਂ। ਤੇ ਹੋਰ ਜੇ ਕਿਸੇ ਕੋਲ ਕੋਈ ਹੋਰ ਇਫੈਕਟਿਵ ਤਰੀਕਾ ਤਾਂ ਤੁਸੀਂ ਉਸ ਤਰ੍ਹਾਂ ਵੀ ਇਹਨੂੰ ਯੂਜ਼ ਕਰ ਸਕਦੇ ਹੋ। ਇਸ ਤੋਂ ਬਾਅਦ ਜਿਹੜੇ ਵੀ ਮੈਂ ਰੈੱਡ ਦੇ ਵਿੱਚ ਰੈੱਡ ਕੀਤੇ ਹੋਏ ਆ ਜੋ ਵੀ ਵਰਡਸ, ਉਹ ਕੀ ਹੈ ਕਿ ਉੱਪਰ ਮੈਂ ਜੋ ਤੁਹਾਨੂੰ ਪ੍ਰੋਸੈਸ ਦੀ ਲੈਂਗੁਏਜ ਦੱਸੀ ਸੀਗੀ ਉਹ ਮੈਂ ਇੱਥੇ ਯੂਜ਼ ਕੀਤੇ। ਸੋ ਤੁਸੀਂ ਇਹਨੂੰ ਦੇਖੋ, ਦੁਬਾਰੇ ਇਸ ਨੂੰ ਪਿੱਛੇ ਜਾ ਕੇ ਇੱਦਾਂ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਸ ਵੇ ਨਾਲ ਇਹ ਚੀਜ਼ਾਂ ਯੂਜ਼ ਕੀਤੀਆਂ ਤੇ ਤੁਸੀਂ ਯੂਜ਼ ਕਰਨੀਆਂ। ਸੋ ਲੈਟਸ ਰੀਡ ਇਟ। ਦ ਫਸਟ ਸਟੇਜ ਇਜ਼ ਵੈਨ, ਕਿ ਪਹਿਲੀ ਸਟੇਜ ਉਦੋਂ ਆਉਂਦੀ ਹੈ ਦ ਐਗਜ਼ ਕੋਮਾ ਸ਼ੋਨ ਐਜ਼ ਫਰੋਗ ਸਪਨ।
ਫਲੋਟ ਔਨ ਦਾ ਸਰਫੇਸ ਆਫ ਦਾ ਲੇਕ ਦੀ ਸਰਫੇਸ ਤੇ ਫਲੋਟ ਕਰ ਰਹੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਉਹ ਫਲੋਟ ਕਰ ਰਹੇ। ਇਹ ਕਾਮਨ ਸੈਂਸ ਆਪਾਂ ਲਾਉਣਾ ਹੈ ਉਹਨੂੰ ਪਿਕਚਰਸ ਨੂੰ ਦੇਖ ਕੇ। ਤੁਸੀਂ ਇੱਥੇ ਦੇਖ ਸਕਦੇ ਹੋ ਪਿਕਚਰਸ ਨੂੰ, ਇਹਦੇ ਵਿੱਚ ਆ ਕੀ ਹੋ ਰਿਹਾ, ਇਹ ਫਲੋਟ ਕਰ ਰਹੇ ਆ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਸਮਝਾਤਾ ਸੀ ਕਿੱਦਾਂ ਫਲੋਟ ਕਰ ਰਹੇ। ਫਿਰ ਉਸ ਤੋਂ ਬਾਅਦ ਦੇਖੋ ਇੱਕ ਗੱਲ ਹੈ ਕਿ ਇੱਥੇ ਲਿਖਿਆ ਕੋਮਾ ਤੋਂ ਬਾਅਦ ਸ਼ੋਨ ਐਜ਼, ਫਿਰ ਕੋਮਾ ਫਰੋਗ ਸਪਾਨ। ਇਹ ਕੀ ਹੈ, ਇੱਕ ਬਹੁਤ ਹੀ ਅੱਛੀ ਸਟਰਕਚਰ ਹੈ, ਟਾਸਕ 2 ਦੇ ਵਿੱਚ ਯੂਜ਼ ਕਰ ਸਕਦੇ ਹੋ ਤੁਸੀਂ। ਇਸ ਨੂੰ ਆਪਾਂ ਫਰੰਟ ਵਿੱਚ ਵੀ ਲਿਖ ਸਕਦੇ ਸੀ ਇਨੀਸ਼ੀਅਲੀ ਵੀ, ਐਂਡ ਐਟ ਲਾਸਟ ਵੀ ਲਿਖ ਸਕਦੇ ਸੀ, ਬਟ ਆਪਾਂ ਕੀ ਹੈ ਬੈਂਡ ਸਕੋਰ ਲੈਣੇ, ਆਪਾਂ ਕੋਹੀਜ਼ਨ ਕੋਹਰੈਂਸ ਮੇਨਟੇਨ ਕਰਨਾ, ਤਾਂ ਕਰਕੇ ਆਪਾਂ ਕੀ ਕੀਤਾ ਹੈ, ਸ਼ੋਨ ਐਜ਼ ਫਰੋਗ ਸਪਾਨ ਨੂੰ ਮਿਡਲ ਦੇ ਵਿੱਚ ਲਿਖਤਾ। ਸੋ ਇਹਦੇ ਨਾਲ ਕੀ ਹੈ, ਆਪਣੀ ਲੈਂਗੁਏਜ ਥੋੜੀ ਜਿਹੀ ਹੋਰ ਜ਼ਿਆਦਾ ਇਫੈਕਟਿਵ ਹੋ ਗਈ ਹੈ। ਦ ਨੈਕਸਟ ਸਟੈਪ ਆਫਟਰ ਦਿਸ, ਇਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਹੈ, ਇਜ਼ ਦ ਐਮਰਜੈਂਸ ਆਫ ਦ ਸਮॉल ਟੈਡਪੋਲ। ਉਹ ਕਿਹੜਾ ਹੈ, ਇਜ਼ ਦ ਐਮਰਜੈਂਸ। ਸੋ ਮੈਂ ਤੁਹਾਨੂੰ ਕਿਹਾ ਸੀ ਜੋ ਵੀ ਤੁਹਾਡਾ ਅੱਗੇ ਸਟੈਪ ਹੋਊਗਾ ਉਹਨੂੰ ਤੁਸੀਂ ਇਸ ਤੋਂ ਬਾਅਦ ਲਿਖਣਾ। ਸੋ ਉਹਦਾ ਸਟੈਪ ਇਮਰਜਿਸ ਲਿਖਿਆ ਹੋਇਆ ਸੀ ਪਿਕਚਰ ਦੇ ਵਿੱਚ, ਤਾਂ ਆਪਾਂ ਇਹਨੂੰ ਕੀ ਕਰਤਾ, ਇਮਰਜੈਂਸ ਕਰਤਾ। ਆਫ ਦ ਸਮॉल ਟੈਡਪੋਲ ਆਫਟਰ ਫਰੋਗ ਸਪਾਨ ਹੈਚੇਜ਼। ਮੈਂ ਤੁਹਾਨੂੰ ਉੱਪਰ ਦੱਸਿਆ ਸੀ ਜਦੋਂ ਐਗਸ ਬ੍ਰੇਕ ਹੁੰਦੇ ਆ ਤਾਂ ਉਹਨੂੰ ਬ੍ਰੇਕ ਨਹੀਂ ਲਿਖਣਾ, ਉਹਨੂੰ ਹੈਚੇਜ਼ ਲਿਖਣਾ ਹੈ। At this point in the cycle 'ਚ ਇਸ point ਤੇ the small tadpole has a small body with a long tail। ਜਿਹੜੇ small tadpole ਹੈ ਉਹਨਾਂ ਦੀ ਛੋਟੀ ਜੀ ਬੋਡੀ ਹੈ ਤੇ ਇੱਕ ਲੰਬੀ ਪੂੰਛ ਹੋ ਜਾਂਦੀ ਹੈ। over the time means time ਦੇ ਨਾਲ, over the time the tadpole grows, ਜਿਹੜੇ tadpole ਹੈ ਉਹ grow ਕਰਦੇ ਹੈ, and its body becomes bigger, ਤੇ ਉਹਨਾਂ ਦੀ ਬੋਡੀ ਬਿਕਰ ਹੋ ਜਾਂਦੀ ਹੈ, while the tail becomes longer, ਤੇ ਨਾਲ ਨਾਲ ਜਿਹੜੀ ਉਹਨਾਂ ਦੀ ਟੇਲ ਹੈ ਉਹ ਵੀ ਲੌਂਗ ਹੋ ਜਾਂਦੀ ਹੈ। at the same time, ਉਸੇ ਸੇਮ ਟਾਈਮ ਤੇ the legs begin to form so as to, okay, so as to ਦਾ ਇੱਥੇ ਯੂਜ਼ ਕੀਤਾ ਹੈ। ਸੋ ਉੱਪਰ ਮੈਂ ਤੁਹਾਨੂੰ ਇਹ ਲੈਂਗੁਏਜ ਦੇ ਵਿੱਚ ਦੱਸਿਆ ਸੀ ਕਿ ਲੈਗਸ ਜਿਹੜੀਆਂ ਉਹਨਾਂ ਦੀ ਉਹ ਫਾਰਮ 'ਚ ਆਉਣੀਆਂ, ਮਤਲਬ ਬਣਨੀਆਂ ਸਟਾਰਟ ਕਰ ਜਾਂਦੀਆਂ ਜਾਂ ਫਾਰਮ 'ਚ ਆਉਣੀਆਂ ਸਟਾਰਟ ਕਰ ਦਿੰਦੀਆਂ। so as to prepare the tadpole's future life is on land, ਤਾਂ ਕਿ ਜਿਹੜੀ ਟੈਡਪੋਲ ਦੀ ਫਿਊਚਰ ਲਾਈਫ ਹੈ ਲੈਂਡ ਤੇ ਉਹ prepare ਹੋ ਸਕੇ। The tadpole starts to grow into young frog। ਜਿਹੜਾ tadpole ਹੈ ਉਹ young frog ਦੇ ਵਿੱਚ grow ਕਰਨਾ ਸਟਾਰਟ ਕਰਦਾ ਹੈ with a wider mouth। ਮੈਂ ਤੁਹਾਨੂੰ ਕਿਹਾ ਸੀ ਤੁਸੀਂ ਪਿਕਚਰ ਨੂੰ ਧਿਆਨ ਨਾਲ ਦੇਖਣਾ, ਉਹਦੇ ਵਿੱਚ ਉਹਨਾਂ ਦੇ ਜਿਹੜੇ ਮਾਊਥ ਹੈਗੇ ਆ ਉਹਨਾਂ ਦਾ ਸਾਈਜ਼ ਜਿਹੜਾ ਉਹ ਡਿਫਰੈਂਟ ਹੋ ਗਿਆ ਹੈ। ਸੋ ਉਹ ਕੀ ਆ, ਉਹਦਾ ਮਾਊਥ ਜਿਹੜਾ ਉਹ ਵਾਈਡਰ ਹੋ ਗਿਆ, ਚੌੜਾ ਹੋ ਗਿਆ ਜਾਂ ਵੱਡਾ ਹੋ ਗਿਆ। ਇਹ ਸ਼ਾਰਟਰ ਟੇਲ, ਤੇ ਟੇਲ ਕੀ ਉਹਦੀ ਥੋੜੀ ਜਿਹੀ ਛੋਟੀ ਹੋ ਗਈ, ਐਂਡ ਲਾਰਜਰ ਲੈਗਸ, ਤੇ ਲੈਗਸ ਲਾਰਜ ਹੋ ਗਈਆਂ। ਲੈਟ ਮੀ ਸ਼ੋ ਯੂ ਇਟ ਅਗੇਨ। ਆ ਦੇਖੋ ਇਹਦੇ ਵਿੱਚ ਇਹਨੇ, ਆ ਦੇਖੋ ਇਸ ਦੇ ਨਾਲੋਂ ਜਦੋਂ ਟੈਡਪੋਲ ਡਿਵੈਲਪ ਹੋ ਗਿਆ ਉਸ ਤੋਂ ਬਾਅਦ ਯੰਗ ਫਰੋਗ ਬਣਿਆ, ਤਾਂ ਇਹਦੇ ਵਿੱਚ ਇਹਦੇ ਫੇਸ ਜਿਹੜਾ ਹੈ ਉਹ ਵੀ ਕੀ ਹੋ ਗਿਆ, ਬਿਗ ਹੋ ਗਿਆ, ਵਾਈਡਰ ਹੋ ਗਿਆ। ਟੇਲ ਜਿਹੜੀ ਇਹਦੀ ਇਹਦੀ ਸ਼ਾਰਟ ਹੋ ਗਈ ਆ, ਪਲੱਸ ਜਿਹੜੇ ਮਤਲਬ ਇਹਦੇ ਲੈਗਸ ਹੈਗੀਆਂ ਉਹ ਹੋਰ ਜ਼ਿਆਦਾ ਡਿਵੈਲਪ ਹੋ ਗਈਆਂ। ਸੋ ਇੱਥੇ ਤੁਸੀਂ ਦੇਖ ਸਕਦੇ ਹੋ। ਸੋ ਇਸਨੇ ਨੈਕਸਟ, ਆਲਦੋ ਇਟ ਕੰਟੀਨਿਊਜ਼ ਟੂ ਲਿਵ ਇਨ ਦਾ ਵਾਟਰ, ਹਾਲਾਂਕਿ ਇਹ ਕੰਟੀਨਿਊਸਲੀ ਕਿੱਥੇ ਰਹਿ ਰਿਹਾ, ਪਾਣੀ ਦੇ ਅੰਦਰ ਰਹਿ ਰਿਹਾ। ਗ੍ਰੈਜੂਅਲੀ ਉੱਦਾਂ ਹੀ ਮਤਲਬ ਵਕਤ ਦੇ ਨਾਲ ਨਾਲ ਜਿੱਦਾਂ ਆਪਾਂ ਕਹਿੰਦੇ ਗ੍ਰੈਜੂਅਲੀ ਇਕਸਾਰ ਦਾ ਫਰੋਗ ਬਿਕਮਸ ਮੈਚਿਓਰ, ਤਾਂ ਥੋੜੇ ਸਮੇਂ ਬਾਅਦ ਜਿਹੜਾ ਫਰੋਗ ਹੈ ਉਹ ਮੈਚਿਓਰ ਬਣ ਜਾਂਦਾ ਹੈ। ਰੈਡੀ ਟੂ ਲੀਵ ਦਾ ਵਾਟਰ ਐਂਡ ਮੂਵਸ ਔਨ ਟੂ ਦਾ ਲੈਂਡ, ਤੇ ਉਹ ਵਾਟਰ ਨੂੰ ਛੱਡਣ ਲਈ ਤਿਆਰ ਹੋ ਜਾਂਦਾ ਹੈ ਤੇ ਲੈਂਡ ਤੇ ਆਉਣ ਨੂੰ ਮੂਵ ਕਰਨ ਲਈ ਤਿਆਰ ਹੋ ਜਾਂਦਾ ਹੈ। ਵੈਨ ਬੀਇੰਗ ਔਨ ਲੈਂਡ, ਜਦੋਂ ਉਹ ਲੈਂਡ ਤੇ ਆਉਂਦਾ ਹੈ, ਇਟ ਸਟਾਰਟਸ ਟੂ ਬਰੀਥ ਅਗੇਨ, ਤਾਂ ਉਹ ਫੇਰ ਬਰੀਥ ਕਰਨਾ ਸਟਾਰਟ ਕਰ ਦਿੰਦਾ ਹੈ, ਐਂਡ ਲੂਜ਼ਸ ਦਾ ਟੇਲ, ਤੇ ਆਪਦੀ ਟੇਲ ਨੂੰ ਲੂਜ਼ ਕਰ ਦਿੰਦਾ ਹੈ। ਦ ਫਾਈਨਲ ਸਟੇਜ ਆਫ ਦ ਸਾਈਕਲ ਇਜ਼ ਵੈਨ ਦ ਅਡਲਟ ਫਰੋਗ ਫਾਈਂਡਸ ਦ ਮੇਟ ਇਨ ਆਰਡਰ ਟੂ। ਫਾਈਨਲ ਸਟੇਜ ਸਾਈਕਲ ਦੀ ਉਦੋਂ ਆਉਂਦੀ ਆ ਜਦੋਂ ਅਡਲਟ ਜਿਹੜਾ ਆਪਦੀ ਮੇਟ ਨੂੰ ਅਡਲਟ ਫਰੋਗ ਜਿਹੜਾ ਆਪਦੀ ਮੇਟ ਨੂੰ ਫਾਈਂਡ ਕਰਦਾ ਹੈ, ਇਨ ਆਰਡਰ ਟੂ, ਕਿਸ ਲਈ, ਇਨ ਆਰਡਰ ਟੂ ਦਾ ਇੱਕ ਬਹੁਤ ਅੱਛਾ ਯੂਜ਼ ਹੈ, ਇਨ ਆਰਡਰ ਟੂ ਲੇ ਐਗਸ, ਤਾਂ ਕਿ ਉਹ ਐਗਸ ਨੂੰ ਲੇ ਕਰ ਸਕੇ, ਦੁਬਾਰੇ ਐਗਸ ਬਣ ਸਕਣ। ਹੈਵਿੰਗ ਕੰਪਲੀਟਡ ਆਲ ਦੀਸ ਸਬਜੈਕਟਸ, ਤਾਂ ਸਟੈਪਸ, ਇਹ ਮੈਂ ਤੁਹਾਨੂੰ ਲਾਈਨ ਕਿਹਾ ਸੀ ਆਪਾਂ ਲਾਸਟ ਦੇ ਵਿੱਚ ਹੀ ਲਿਖਣੀ, ਤੇ ਜਦੋਂ ਇਹ ਸਾਰੇ ਸਟੈਪਸ ਕੰਪਲੀਟ ਹੋ ਜਾਂਦੇ ਹੈ, ਦ ਲਾਈਫ ਸਾਈਕਲ ਵਿਲ ਦੈਨ ਬਿਗਿਨ ਅਗੇਨ, ਤੇ ਜਿਹੜੀ ਲਾਈਫ ਸਾਈਕਲ ਹੈ ਉਹ ਫੇਰ ਜਿਹੜੀ ਹੈ ਅਗੇਨ ਸਟਾਰਟ ਹੋ ਜਾਂਦੀ ਹੈ। ਓਵਰਆਲ ਇਟ ਇਜ਼ ਕਲੀਅਰ ਦੈਟ, ਓਵਰਆਲ ਇਹ ਗੱਲ ਕਲੀਅਰ ਹੈ ਦੈਟ there are 6 distinct stages, ਕਿ ਇਹਦੀਆਂ ਕਿੰਨੀਆਂ ਸਟੇजेस ਹੈ, 6 distinct stages ਹੈ, illustrated in the process ਦੇ ਵਿੱਚ ਡਿਸਕ੍ਰਾਈਬ ਕੀਤੀਆਂ ਗਈਆਂ। commencing with producing eggs, ਤੇ commence starting ਕਿੱਥੋਂ ਰਹੀ, commence ਦਾ ਮਤਲਬ commence ਹੈਗਾ start ਦਾ synonym, ਤਾਂ ਸਟਾਰਟਿੰਗ ਹੋ ਰਹੀ ਹੈ ਐਗਸ ਨੂੰ ਪ੍ਰੋਡਿਊਸ ਕਰਕੇ ਇਨ ਦਾ ਵਾਟਰ, ਐਂਡ ਕਲਮੀਨੇਟਿੰਗ ਵਿਦ ਦ ਡਿਵੈਲਪਮੈਂਟ ਆਫ ਅ ਮੈਚਿਓਰ ਫਰੋਗ, ਤੇ ਇਹਦੀ ਕਲਮੀਨੇਟਿੰਗ ਮਤਲਬ ਐਂਡਿੰਗ ਹੋ ਰਹੀ ਹੈ ਵਿਦ ਦ ਡਿਵੈਲਪਮੈਂਟ ਆਫ ਅ ਮੈਚਿਓਰ ਫਰੋਗ, ਕਿ ਇੱਕ ਮੈਚਿਓਰ ਫਰੋਗ ਦੀ ਡਿਵੈਲਪਮੈਂਟ ਦੀ। ਸੋ ਇਹ ਸੀਗਾ ਅੱਜ ਦਾ ਇੱਕ ਪ੍ਰੋਪਰ ਪੂਰੀ ਕਲਾਸ ਨੈਚੁਰਲ ਪ੍ਰੋਸੈਸ ਦੀ, ਕਿ ਤੁਸੀਂ ਨੈਚੁਰਲ ਪ੍ਰੋਸੈਸ ਕਿਵੇਂ ਕਰ ਸਕਦੇ ਹੋ, ਪਲੱਸ ਉਹਦੇ ਵਿੱਚ ਤੁਸੀਂ ਕਿਹੜੀਆਂ ਵੈਰੀਏਸ਼ਨਸ ਯੂਜ਼ ਕਰਨੀਆਂ। ਸੋ ਟਰਾਈ ਟੂ ਯੂਜ਼ ਥੀਸ ਕਾਈਂਡ ਆਫ ਵੈਰੀਏਸ਼ਨਸ ਫॉर द गुड बैंड स्कोर। ਸੋ ਅੱਜ ਦਾ
ਨੈਚੁਰਲ ਪ੍ਰੋਸੈਸ ਨੂੰ ਇੱਥੇ ਫਿਨਿਸ਼ ਕਰਦੇ ਹਾਂ। ਕੱਲ੍ਹ ਨੂੰ ਔਰ ਇਨ ਅਪਕਮਿੰਗ ਵੀਡੀਓਜ਼ ਮੈਂ ਲੈ ਕੇ ਆਉਂਗੀ ਮੈਨ ਮੇਡ ਪ੍ਰੋਸੈਸ, ਕਿ ਮੈਨ ਮੇਡ ਪ੍ਰੋਸੈਸ ਨੂੰ ਕਿਵੇਂ ਕਰਦੇ ਆ, ਪਲੱਸ ਉਹਦੇ ਐਗਜ਼ਾਮਪਲ। ਇਸ ਤੋਂ ਇਲਾਵਾ ਜੇ ਤੁਹਾਨੂੰ ਕਿਸੇ ਮੋਡਿਊਲ ਦੀ ਕੋਈ ਵੀਡੀਓ ਚਾਹੀਦੀ ਹੈ ਦੈਨ ਯੂ ਕੈਨ ਕਮੈਂਟ ਮੀ ਇਨ ਅ ਕਮੈਂਟ ਬਾਕਸ ਸੋ ਦੈਟ ਆਈ ਵਿਲ ਅਪਲੋਡ ਇਟ ਵੈਰੀ ਸੂਨ। ਐਂਡ ਜਿਹੜੀ I will keep uploading the videos on cue cards and their follow-ups. Thanks for giving me so much views. Thank you for supporting. Keep subscribe my channel Kaur IELTS RJ13 and click on the bell icon for the link or for the messages for my upcoming videos. Thank you.